ਤੇ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਮੇਰੇ ਨਾਲ ਮਹਿਮਾਨ ਸ਼ਾਮਲ ਹੋ ਰਹੇ ਨੇ ਜੀ ਸੁਖ ਬਰਾੜ ਜੀ, ਪਰਫੈਕਟ ਸਟੈਪਸ ਲਰਨਿੰਗ ਇੰਕ ਦੇ ਇਹ ਮਾਲਕ ਮੁਖੀ ਨੇ। ਅਤੇ ਤੁਸੀਂ ਕਈ ਵਾਰ ਸੁਨੇਹਾ ਸੁਣਦੇ ਹੋ ਰੈਡ FM 'ਤੇ ਵੀ ਕਿ ਨਰਸਿੰਗ ਕਰੀਅਰ ਦੇ ਵਿੱਚ ਤੁਸੀਂ ਹੁਣ ਆਪਣੇ ਪੈਰ ਜਮਾ ਸਕਦੇ ਹੋ, ਸਰਕਾਰਾਂ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਬਹੁਤ ਕੁਝ ਚੱਲਦਾ ਹੈ। ਅਤੇ ਨਰਸਿੰਗ ਪ੍ਰੋਸੈਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਈਆਂ ਨੇ ਉਹਨਾਂ ਨੂੰ ਲੈ ਕੇ ਅੱਜ ਦੀ ਗੱਲਬਾਤ ਅਸੀਂ ਉਹਨਾਂ ਦੇ ਨਾਲ ਕਰਾਂਗੇ। ਸੁਖ ਬਰਾੜ ਜੀ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਇਸ ਵੇਲੇ ਸ਼ਾਮਲ ਨੇ। ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਨਾਗਰ ਸਾਹਿਬ, ਤੁਹਾਨੂੰ ਤੇ ਸਾਰੇ ਰੈਡ FM ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਵੈਰੀ ਮੱਚ। ਪਹਿਲਾਂ ਤਾਂ ਪਰਫੈਕਟ ਸਟੈਪਸ ਲਰਨਿੰਗ ਬਾਰੇ ਸਾਨੂੰ ਜਾਣਕਾਰੀ ਦਿਓ ਜੀ, ਇਸ ਅਦਾਰੇ ਬਾਰੇ। ਹਾਂਜੀ, ਸੋ ਪਰਫੈਕਟ ਸਟੈਪਸ ਲਰਨਿੰਗ ਸਾਡੀ ਇੱਕ ਟੀਮ ਆ ਜੀ, ਪ੍ਰੋਫੈਸ਼ਨਲ ਸੀ ਜਿਨ੍ਹਾਂ ਦੀ ਪਿਛਲੇ 8 ਸਾਲ ਤੋਂ ਨਰਸਿੰਗ ਪ੍ਰੋਫੈਸ਼ਨ ਇਨ ਕੈਨੇਡਾ, USA ਤੇ ਆਸਟ੍ਰੇਲੀਆ ਤੇ ਮਜ਼ਬੂਤ ਪਕੜ ਆ ਜੀ। ਅਸੀਂ ਸਾਰੇ ਪ੍ਰੋਵਿੰਸਿਸ ਦੀਆਂ ਨਰਸਿੰਗ ਪ੍ਰੋਸੈਸ ਨੂੰ ਬਹੁਤ ਹੀ ਬਰੀਕੀ 'ਚ ਸਟੱਡੀ ਕਰਦੇ ਹਾਂ ਤੇ ਉਹਨਾਂ ਨੂੰ ਈਜ਼ੀ ਸ਼ਬਦਾਂ ਦੇ ਵਿੱਚ ਆਪਣੇ ਫੋਰਨ ਟ੍ਰੇਨ ਨਰਸਿਸ ਨੂੰ ਪੰਜਾਬੀ, ਇੰਗਲਿਸ਼, ਹਿੰਦੀ ਦੇ ਵਿੱਚ ਸਾਰਾ ਦੱਸਦੇ ਹਾਂ, ਗਾਈਡ ਕਰਦੇ ਹਾਂ, ਟੀਚ ਕਰਦੇ ਹਾਂ ਤੇ RN ਬਣਾਉਂਦੇ ਹਾਂ ਜੀ। ਰਾਈਟ ਜੀ। ਅਤੇ ਅਲਬਰਟਾ ਵਿੱਚ ਜਿਹੜੇ ਨਰਸਿੰਗ ਪ੍ਰੋਸੈਸ ਦੇ ਵਿੱਚ ਜਿਹੜੀਆਂ ਚੇਂਜਿਸ ਆਈਆਂ ਨੇ ਜੀ ਉਹ ਕੀ ਨੇ? ਹਾਂਜੀ, ਸੋ ਇਹਦੇ ਲਈ ਨਾਗਰ ਸਾਹਿਬ ਪਹਿਲਾਂ ਆਪਾਂ ਨੂੰ ਨਾ ਪੁਰਾਣੀ ਪ੍ਰੋਸੈਸ ਜਿਹੜੀ ਅੱਜ ਤੋਂ 5-6 ਦਿਨ ਪਹਿਲਾਂ ਸੀਗੀ ਉਹ ਸਮਝ ਲੈਣੀ ਚਾਹੀਦੀ ਆ, ਕਿਉਂਕਿ ਆਪਣੇ ਬਹੁਤ ਸਾਰੇ ਸਰੋਤੇ ਇਸ ਕਰਕੇ ਨਰਸਿੰਗ 'ਚ ਨਹੀਂ ਸੀ ਆ ਰਹੇ ਕਿਉਂਕਿ ਪੁਰਾਣੀ ਪ੍ਰੋਸੈਸ ਬਹੁਤ ਹੀ ਲੌਂਗ ਸੀ, ਟਾਇਰਿੰਗ ਸੀ, ਐਕਸਪੈਂਸਿਵ ਸੀ। ਆਲਮੋਸਟ 3 ਸਾਲ ਲੱਗ ਜਾਂਦੇ ਸੀ ਜੀ RN ਬਣਨ ਵਾਸਤੇ ਜੇ ਕੋਈ ਆਪਣੇ ਹੋਮ ਕੰਟਰੀ ਤੋਂ ਨਰਸ ਬਣ ਕੇ ਆਇਆ। ਸੋ ਬੇਸਿਕਲੀ ਹੁੰਦਾ ਕੀ ਸੀ ਕਿ ਕੈਂਡੀਡੇਟ ਅਲਬਰਟਾ ਵਾਲਿਆਂ ਨੂੰ ਕਹਿੰਦਾ ਸੀਗਾ ਕਿ ਮੈਨੂੰ RN ਬਣਾਓ। ਕਿਉਂ ਬਣਾਈਏ? ਕਿਉਂਕਿ ਮੈਂ ਆਪਣੇ ਹੋਮ ਕੰਟਰੀ 'ਚ ਇੰਡੀਆ ਦੇ ਵਿੱਚ ਮੈਂ ਨਰਸ ਹਾਂ। ਉਹ ਫਿਰ ਆਪਣੇ ਪਹਿਲੇ ਸਟੈਪ ਤੇ ਆਪਣੇ ਇੰਡੀਆ ਵਾਲੇ ਡਾਕੂਮੈਂਟਸ ਦੇਖਦੇ ਸੀ ਕਿ ਇਹਨਾਂ ਨੇ ਕਿਹੜਾ ਨਰਸਿੰਗ ਪ੍ਰੋਗਰਾਮ ਕੀਤਾ ਇੰਡੀਆ ਦੇ ਵਿੱਚ। ਨੰਬਰ 2, ਇੰਡੀਆ ਨੋਨ ਇੰਗਲਿਸ਼ ਸਪੀਕਿੰਗ ਕੰਟਰੀ ਆ ਤੇ ਫਿਰ ਉਹਨਾਂ ਦੀ ਡਿਮਾਂਡ ਹੁੰਦੀ ਸੀ ਕਿ ਤੁਸੀਂ ਇੰਗਲਿਸ਼ ਕਰੋ, ਆਇਲਟਸ ਦੇ ਵਿੱਚੋਂ ਅਪਰੋਕਸੀਮੇਟਲੀ 7 ਬੈਂਡ ਲੈ ਕੇ ਆਓ, ਜਿਹੜੇ ਬਹੁਤ ਸਾਰੇ ਨਰਸਿਸ ਨੂੰ ਲੈਣਾ ਔਖਾ ਲੱਗਦਾ ਸੀਗਾ। ਨੰਬਰ 3, ਉਹ ਕਹਿੰਦੇ ਸੀ ਤੁਸੀਂ ਇੰਡੀਆ ਤੋਂ ਪੜ੍ਹੇ ਹੋ, ਸਾਡਾ ਕੈਨੇਡਾ ਦਾ ਹੈਲਥ ਕੇਅਰ ਸਿਸਟਮ ਡਿਫਰੈਂਟ ਆ। ਉਹ ਸਾਡੇ ਤੋਂ ਕੰਮ ਕਰਵਾ ਕੇ ਦੇਖਦੇ ਸੀ ਕਿ ਤੁਹਾਨੂੰ ਕੈਨੇਡੀਅਨ ਸਿਸਟਮ ਦੇ ਅਕੋਰਡਿੰਗ, ਇੱਥੋਂ ਦੇ ਰੂਲਸ ਰੈਗੂਲੇਸ਼ਨ ਅਕੋਰਡਿੰਗ ਕਿੰਨਾ ਕੁ ਨਰਸਿੰਗ ਦੇ ਪ੍ਰੋਸੀਜਰਸ ਕੰਮ ਕਰਨਾ ਆਉਂਦਾ ਆ ਤੇ ਜਿਹੜਾ ਸਾਨੂੰ ਇੱਥੋਂ ਦੇ ਅਕੋਰਡਿੰਗਲੀ ਨਹੀਂ ਸੀ ਆਉਂਦਾ ਤਾਂ ਉਹਦੇ ਵਾਸਤੇ ਉਹ ਸਾਨੂੰ ਐਜੂਕੇਸ਼ਨ ਦਿੰਦੇ ਸੀ। ਨੰਬਰ 4 ਤੇ 5ਵੇਂ ਸਟੈਪ ਤੇ ਸਾਨੂੰ ਕਹਿੰਦੇ ਸੀ ਲਾਇਸੈਂਸਰ ਐਗਜ਼ਾਮ, ਜਿਹਦਾ ਨਾਮ NCLEX ਆ, ਉਹ ਲਿਖੋ। ਸੋ ਇਹ ਸਾਰੀ ਇੱਕ ਲੰਬੀ ਲੌਂਗ ਪ੍ਰੋਸੈਸ ਸੀਗੀ, ਬਟ ਜਿਹੜਾ ਹੁਣ ਰੂਲ ਕਰ ਦਿੱਤਾ ਅਲਬਰਟਾ ਨੇ ਉਹ ਬਹੁਤ ਹੀ ਗਰਾਊਂਡ ਬ੍ਰੇਕਿੰਗ ਚੇਂਜਿਸ ਲੈ ਕੇ ਆਊਗਾ ਜੀ। ਪੂਰੀ ਹਿਸਟਰੀ ਦੇ ਵਿੱਚ ਕੈਨੇਡਾ ਦੀ ਇੰਨਾ ਸੌਖਾ ਕਦੇ ਵੀ ਨਹੀਂ ਸੀ ਹੋਇਆ। ਕਹਿੰਦੇ ਸਿਰਫ ਇੱਕ ਐਗਜ਼ਾਮ NCLEX ਪਾਸ ਕਰੋ, ਸਿਰਫ ਇੱਕ ਐਗਜ਼ਾਮ ਜੀ। ਤੁਹਾਨੂੰ ਕੋਈ ਇੰਗਲਿਸ਼ ਕਰਨ ਦੀ ਲੋੜ ਨਹੀਂ, ਕੋਈ ਸਾਨੂੰ ਡਾਕੂਮੈਂਟ ਨਾ ਦਿਖਾਓ, ਕੋਈ ਅਸੀਂ ਤੁਹਾਡੇ ਤੋਂ ਕੰਮ ਨਹੀਂ ਕਰਵਾ ਕੇ ਦੇਖਣਾ ਤੇ ਤੁਸੀਂ RN ਬਣੋ। ਸਿਰਫ 3, 4, 5 ਮਹੀਨੇ ਦੇ ਅੰਦਰ ਅੰਦਰ RN ਬਣ ਸਕਦੇ ਹਾਂ ਜੀ ਹੁਣ ਆਪਾਂ। ਜੀ। ਅਤੇ ਇਹਦੇ ਵਾਸਤੇ ਦੱਸੋ ਕੋਈ ਇੰਗਲਿਸ਼ ਰਿਕੁਆਇਰਮੈਂਟ ਵਿੱਚ ਵੀ ਕੋਈ ਤਬਦੀਲੀਆਂ ਆਈਆਂ ਨੇ ਜੀ? ਹਾਂਜੀ, ਸੋ ਹੁਣ ਕੀ ਹੋਊਗਾ ਜੀ, 75% ਕੇਸਿਸ ਦੇ ਵਿੱਚ ਇੰਗਲਿਸ਼ ਦੀ ਲੋੜ ਪੈਣੀ ਹੀ ਨਹੀਂ ਗੀ। ਰਾਈਟ, NCLEX ਪਾਸ ਕਰੋ ਕਿਉਂਕਿ NCLEX ਦਾ ਐਗਜ਼ਾਮ ਬੇਸਿਕਲੀ ਇੰਗਲਿਸ਼ ਦੇ ਵਿੱਚ ਹੀ ਹੁੰਦਾ ਆ। ਸੋ ਉਹਨਾਂ ਨੇ ਇਹ ਦੇਖਿਆ ਕਿ ਜੇ ਕੋਈ ਇੰਗਲਿਸ਼ ਦੇ ਸਿਨੈਰੀਓਜ਼ ਪੜ੍ਹ ਸਕਦਾ ਆ, ਉਹਦੇ ਆਨਸਰ ਠੀਕ ਕਰ ਸਕਦਾ ਆ, ਦੈਟ ਮੀਨਸ ਉਹ ਪਰਸਨ ਨੂੰ ਆਲਰੇਡੀ ਇੰਗਲਿਸ਼ ਲੈਂਗੁਏਜ ਬਾਰੇ ਪਤਾ ਆ। ਸੋ ਜੇ ਸਾਡਾ NCLEX ਪਾਸ ਆ ਪਿਛਲੇ 1 ਸਾਲ ਦੇ ਅੰਦਰ, ਸਾਨੂੰ ਕੋਈ ਇੰਗਲਿਸ਼ ਨਹੀਂ ਚਾਹੀਦੀ। ਨੰਬਰ 2, ਉਹਨਾਂ ਨੇ ਆਇਲਟਸ ਦੇ, ਸੈਲਬਨ ਦੇ ਸਕੋਰ ਵੀ ਹੁਣ ਪਹਿਲਾਂ ਨਾਲੋਂ 1 ਜਾਂ ਅੱਧਾ ਬੈਂਡ ਆਲਮੋਸਟ ਹਰੇਕ ਮੋਡਿਊਲ ਦੇ ਵਿੱਚ ਘਟਾ ਦਿੱਤਾ ਜੀ। ਨੰਬਰ 3, ਜੇ ਕੋਈ ਮੈਡੀਕਲ ਫੀਲਡ ਦੇ ਵਿੱਚ ਆਲਰੇਡੀ ਕੰਮ ਕਰਦਾ, ਫੋਰ ਐਗਜ਼ਾਮਪਲ ਕੋਈ ਹੈਲਥ ਕੇਅਰ ਏਡ ਆ, ਕੋਈ LPN ਆ, ਤਾਂ ਉਹਦੇ ਵਾਸਤੇ ਵੀ ਇੰਗਲਿਸ਼ ਦੇ ਵਿੱਚ ਹੁਣ ਛੋਟ ਆ ਵੀ ਤੁਸੀਂ ਉੱਥੇ ਵੀ ਤਾਂ ਪੇਸ਼ੈਂਟਸ ਨਾਲ ਗੱਲਬਾਤ ਕਰਦੇ ਹੋ, ਨਰਸਿਸ ਡਾਕਟਰ ਨਾਲ ਡੀਲ ਕਰਦੇ ਹੋ, ਉਹਨਾਂ ਨੂੰ ਵੀ ਇਹ ਟੈਸਟ ਦੇਣ ਦੀ ਹੁਣ ਜ਼ਰੂਰਤ ਨਹੀਂ। ਵਾਹ ਜੀ ਵਾਹ। ਅਤੇ GNM ਜਿਹੜੀ ਨਰਸਿੰਗ ਇੰਡੀਆ 'ਚ ਲੋਕ ਕਰਦੇ ਨੇ, ਸਾਡੇ ਬੱਚੇ ਕਰਕੇ ਆਉਂਦੇ ਨੇ ਉੱਥੋਂ GNM ਕੀਤੀ ਹੁੰਦੀ ਉਹਨਾਂ ਨੇ, ਉਹਨਾਂ ਵਾਸਤੇ ਵੀ ਦੱਸੋ ਵੀ ਕੀ ਉਹ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਨੇ GNM ਇੰਡੀਆ ਤੋਂ ਕੀਤੀ ਹੋਈ ਆ ਉਹ ਵੀ RN ਕਰ ਸਕਦੇ ਆ? ਹਾਂਜੀ, ਸੋ ਨਾਗਰ ਸਾਹਿਬ ਇੱਕ ਨਾ ਕਾਫੀ ਵੱਡਾ ਮਿਥ ਆ, ਪਤਾ ਨਹੀਂ ਕਿੱਥੋਂ ਸਟਾਰਟ ਹੋਇਆ ਕਿ GNM ਵਾਲੇ ਕੈਨੇਡਾ ਦੇ ਵਿੱਚ RN ਨਹੀਂ ਬਣ ਸਕਦੇ। ਸੋ ਮੈਂ ਦੱਸਣਾ ਚਾਹੂੰਗਾ ਜੀ, GNM ਨਰਸਿੰਗ ਜੇ ਕਿਸੇ ਨੇ 3 ਸਾਲ ਦਾ ਜਾਂ 3.5 ਸਾਲ ਦਾ ਡਿਪਲੋਮਾ ਕੀਤਾ ਆ ਆਪਣੇ ਹੋਮ ਕੰਟਰੀ 'ਚ ਜਾਂ ਇੰਡੀਆ ਦੇ ਵਿੱਚ, ਉਹ ਕੈਨੇਡਾ ਦੇ ਵਿੱਚ ਅਲਬਰਟਾ ਦੇ ਵਿੱਚ RN ਬਣ ਸਕਦੇ ਆ। ਸੋ ਬੇਸਿਕਲੀ ਤੁਸੀਂ GNM ਕੀਤੀ ਆ, ਪੋਸਟ BSc ਨਰਸਿੰਗ ਕੀਤੀ ਆ, BSc 4 ਸਾਲ ਦੀ ਡਿਗਰੀ ਕੀਤੀ ਆ, ਮਾਸਟਰ ਦੀ ਨਰਸਿੰਗ ਕੀਤੀ ਆ, ਸੋ ਸਾਰਿਆਂ ਨੂੰ ਹੀ ਇਹ ਵੈਲਕਮ ਕਰਦੇ ਆ।
ਜਿਨ੍ਹਾਂ ਨੇ ਇੱਕ ਕੁਐਸਚਨ ਆਇਆ ਜੀ ਕਿ BSc ਮੈਡੀਕਲ ਵਾਲੇ ਜਿਹੜੇ ਸਟੂਡੈਂਟ ਨੇ ਜੀ ਉਹ ਵੀ ਐਲੀਜੀਬਲ ਨੇ? BSc ਨਰਸਿੰਗ ਵਾਲੇ ਹੈਗੇ ਆ ਜੀ, ਕਿਉਂਕਿ RN ਰਜਿਸਟਰਡ ਨਰਸ ਬਣਨ ਵਾਸਤੇ ਨਰਸਿੰਗ ਦੀ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਆ। ਸੋ ਜੇ ਕਿਸੇ ਨੇ BSc ਮੈਡੀਕਲ ਕੀਤੀ ਆ, ਫਿਜ਼ੀਓਥੈਰੇਪੀ ਕੀਤੀ ਆ, MBBS ਕੀਤੀ ਆ, ਜਾਂ ਕੋਈ ਡੈਂਟਲ ਸਾਇੰਸ ਦੇ ਵਿੱਚ ਸਟੱਡੀ ਕੀਤੀ ਆ, ਉਹ RN ਨਹੀਂ ਬਣ ਸਕਦੇ, ਬਟ ਉਹ ਆਪਣੇ ਫੀਲਡ ਦੇ ਵਿੱਚ ਐਕਸਪਰਟਿਜ਼ ਦੀ ਰੈਸਲਾ ਨਾਲ ਉਹ ਵੀ ਅੱਗੇ ਪ੍ਰੋਸੀਡ ਕਰ ਸਕਦੇ ਆ। ਰਾਈਟ ਜੀ। ਅਤੇ ਥੋੜ੍ਹਾ ਜਿਹਾ ਹੋਰ ਦੱਸੋ ਕਿ ਜੇ ਕਿਸੇ ਕੈਂਡੀਡੇਟ ਨੇ ਪੁਰਾਣੀ ਨਰਸਿੰਗ ਸਟੱਡੀ ਕੀਤੀ ਹੋਵੇ ਅਤੇ ਗੈਪ ਜ਼ਿਆਦਾ ਹੋਵੇ, ਫਿਰ ਉਹਨਾਂ ਦੀ ਵਾਸਤੇ ਵੀ ਕੋਈ ਹੈ? ਹਾਂਜੀ, ਸੋ ਹੁਣ ਜਿਹੜਾ ਸਭ ਤੋਂ ਵੱਡਾ ਮੈਂ ਜਿਹਨੂੰ ਗਰਾਊਂਡ ਬ੍ਰੇਕਿੰਗ ਚੇਂਜ ਦਾ ਨਾਮ ਦਿੰਦਾ ਜੀ, ਇਹ ਅਲਬਰਟਾ ਵਾਲੇ ਇਹ ਕਹਿ ਰਹੇ ਆ ਵੀ ਡਜ਼ ਨਾਟ ਮੈਟਰ ਤੁਸੀਂ ਕਦੋਂ ਨਰਸਿੰਗ ਕੀਤੀ ਆ, ਤੁਹਾਡੇ ਕੋਲ ਜੇ ਐਕਟਿਵ ਲਾਇਸੈਂਸ ਹੈਗਾ ਆਪਣੇ ਹੋਮ ਕੰਟਰੀ 'ਚ, ਜਾਂ ਤੁਸੀਂ NCLEX ਪਾਸ ਕਰ ਲਿਆ, ਅਸੀਂ ਤੁਹਾਨੂੰ ਅਸੈਪਟ ਕਰਾਂਗੇ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਜੀ, ਸ਼ਾਇਦ ਉਹ ਭੈਣ ਜੀ ਸਾਡੀ ਇੰਟਰਵਿਊ ਸੁਣਦੇ ਹੋਣ। 1987 ਦੇ ਵਿੱਚ ਕੈਲਗਰੀ ਦਾ ਇੱਕ ਕੈਂਡੀਡੇਟ ਆ ਜਿਹੜਾ ਸਾਡੇ ਨਾਲ ਅੱਜ ਕੱਲ੍ਹ NCLEX ਕਰਦਾ ਪਿਆ। 1987 ਦੇ ਵਿੱਚ ਉਹਨਾਂ ਨੇ GNM ਕੀਤੀ ਸੀ 87 ਦੇ ਵਿੱਚ। ਸੋ ਉਹ ਵੀ ਹੁਣ RN ਬਣਨਗੇ ਅਲਬਰਟਾ ਦੇ ਵਿੱਚ। ਵਾਹ। ਅਤੇ ਕਿਹੜੇ ਕਿਹੜੇ ਕੰਟਰੀਜ਼ ਦੀ ਨਰਸਿੰਗ ਸਟੱਡੀਜ਼ ਨੂੰ ਅਲਬਰਟਾ ਮਾਨਤਾ ਦਿੰਦਾ ਜੀ? ਹਾਂਜੀ ਰਿਸ਼ੀ ਜੀ, ਇਹ 'ਚ ਹੁਣ ਦੋ ਗੱਲਾਂ ਆ। ਨੰਬਰ 1, ਜੇ ਤਾਂ ਤੁਸੀਂ ਲਾਇਸੈਂਸਰ ਐਗਜ਼ਾਮ NCLEX ਪਾਸ ਕਰ ਲਿਆ ਆ ਤਾਂ ਡਜ਼ ਨਾਟ ਮੈਟਰ ਪੂਰੇ ਵਰਲਡ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਰਜਿਸਟਰਡ ਹੋਵੋ, ਆਪਣੇ ਹੋਮ ਕੰਟਰੀ ਦੇ ਵਿੱਚ ਕਿਸੇ ਵੀ ਕੰਟਰੀ 'ਚ ਹੋਵੋ, NCLEX ਪਾਸ ਆ, ਇਹ ਕਹਿੰਦੇ ਵੀ ਅਸੀਂ ਤੁਹਾਨੂੰ ਰਿਸੀਵ ਕਰਦੇ ਹਾਂ, ਆ ਜਾਓ ਸਾਡੇ ਕੋਲ। ਨੰਬਰ 2, ਇਹਨਾਂ ਨੇ 9 ਕੰਟਰੀਜ਼ ਦੀ ਲਿਸਟ ਦਿੱਤੀ ਆ ਜੀ, ਜਿਨ੍ਹਾਂ ਦੇ ਵਿੱਚ ਇੰਡੀਆ, ਫਿਲੀਪੀਨਸ, USA, UK, ਆਸਟ੍ਰੇਲੀਆ, ਨਿਊਜ਼ੀਲੈਂਡ, ਨਾਈਜੀਰੀਆ ਤੇ ਜਮਾਈਕਾ। ਇਹ 9 ਕੰਟਰੀਜ਼ ਆ ਜਿਹਦੇ 'ਚ ਇੰਡੀਆ ਵੀ ਹੈਗਾ ਆ। ਇੱਥੇ ਕੋਈ ਪਰਸਨ ਐਕਟਿਵ ਲਾਇਸੈਂਸ ਹੈਗਾ ਉਹਦੇ ਆਪਣੇ ਹੋਮ ਕੰਟਰੀ 'ਚ, ਫੋਰ ਐਗਜ਼ਾਮਪਲ ਕੋਈ ਪੰਜਾਬ ਦੇ ਵਿੱਚ RN ਹੈਗਾ, ਉਹ ਉਹਨਾਂ ਦਾ ਲਾਇਸੈਂਸ ਐਕਟਿਵ ਆ, ਤਾਂ ਫਿਰ ਅਲਬਰਟਾ ਉਹਨੂੰ ਖੁਦ NCLEX ਲਿਖਣ ਦੀ ਪਰਮਿਸ਼ਨ ਦੇ ਦੂਗਾ ਜੀ। ਸੋ ਪ੍ਰੀਟੀ ਮੱਚ ਐਵਰੀ ਕੰਟਰੀ ਨੂੰ ਇਹ ਕਵਰ ਕਰਨਗੇ। ਬਟ ਇੱਥੇ ਮੈਂ ਦੱਸਣਾ ਚਾਹੂੰਗਾ, ਪਿਛਲੇ 5 ਸਾਲਾਂ ਦੇ ਵਿੱਚ ਜੋ ਅਲਬਰਟਾ ਦੇ ਵਿੱਚ RNs ਬਣੇ ਨੇ, ਇੰਟਰਨੈਸ਼ਨਲੀ ਐਜੂਕੇਟਡ ਨਰਸਿਸ, ਉਹਦੇ 'ਚ ਲਗਭਗ 40% ਨਰਸਿਸ ਵਰ ਫਰੋਮ ਇੰਡੀਆ। ਵਾਹ। ਅਤੇ ਇੱਕ ਸੁਣਨ 'ਚ ਇਹ ਵੀ ਆਉਂਦਾ ਕਿ ਇਸ ਪ੍ਰੋਸੈਸ ਵਿੱਚ ਸਮਾਂ ਪੈਸਾ ਬੜਾ ਲੱਗਦਾ ਜੀ, ਇਹ ਗੱਲ ਠੀਕ ਹੈ? ਲੱਗਦਾ ਸੀ ਜੀ, ਅੱਜ ਤੋਂ ਹਫ਼ਤਾ ਪਹਿਲਾਂ, 10 ਦਿਨ ਪਹਿਲਾਂ ਲੱਗਦਾ ਸੀ, ਬਟ ਹੁਣ ਨਹੀਂ ਲੱਗਦਾ। ਪਹਿਲਾਂ ਜਿਵੇਂ ਮੈਂ ਤੁਹਾਨੂੰ ਕਿਹਾ 3 ਸਾਲ ਲੱਗ ਜਾਂਦੇ ਸੀ, ਆਲਮੋਸਟ 15-16,000 ਖਰਚਾ ਬੱਚੇ ਨੂੰ ਆਪਣੀ ਜੇਬ 'ਚੋਂ ਝੱਲਣਾ ਪੈਂਦਾ ਸੀਗਾ। ਆਲਮੋਸਟ 5 ਸਟੈਪ ਸੀਗੇ ਤੇ 4 ਦੇ ਵਿੱਚ ਐਗਜ਼ਾਮ ਲਿਖਣੇ ਪੈਂਦੇ ਸੀ, ਸਟੱਡੀ ਲੈਣੀ ਪੈਂਦੀ ਸੀਗੀ, ਕਈ ਵਾਰ ਵੇਟਿੰਗ ਟਾਈਮ ਵੀ ਹੁੰਦਾ ਸੀਗਾ। ਸੋ ਦੈਟਸ ਵਾਈ ਇਹ ਕਾਫੀ ਕੰਪਲੈਕਸ ਤੇ ਟਾਇਰਿੰਗ ਪ੍ਰੋਸੈਸ ਸੀ। ਕਈ ਵਾਰੀ ਅਸੀਂ ਸਟਾਰਟ ਨਹੀਂ ਸੀ ਕਰ ਸਕਦੇ ਕਿਉਂਕਿ ਅਸੀਂ ਘਰ ਗ੍ਰਹਿਸਥੀ ਵੀ ਦੇਖਣੀ ਆ, ਜੌਬਸ ਵੀ ਕਰਨੀਆਂ ਆ, ਅਸੀਂ ਘਰਾਂ ਦੇ ਇੰਟਰਸਟ ਵੀ, ਲੋਨ, ਮੌਰਗੇਜਸ ਵੀ ਪੇ ਕਰਨੇ ਆ। ਬਟ ਹੁਣ ਜਿਹੜੀ ਨਵੀਂ ਪ੍ਰੋਸੈਸ ਆ, ਲੈਸ ਦੈਨ 6 ਮੰਥਸ, ਜੇ ਆਪਾਂ ਚਾਹੀਏ ਤਾਂ 3 ਕੁ ਮਹੀਨੇ 'ਚ ਵੀ ਕਰ ਸਕਦੇ ਹਾਂ, ਬਟ ਆਈ ਵੁੱਡ ਸੇ ਲਗਭਗ 6 ਮਹੀਨਿਆਂ 'ਚ ਸਾਰਾ ਕੁਛ ਈਜ਼ੀਲੀ ਹੋ ਜਾਣਾ। ਸਿਰਫ ਇੱਕ ਐਗਜ਼ਾਮ ਪਾਸ ਕਰਨਾ ਆ ਤੇ ਇਹਦਾ ਖਰਚਾ ਵੀ ਆਈ ਥਿੰਕ $3,000 to $4,000 ਹੀ ਰਹਿ ਜਾਣਾ ਜੀ। ਵਾਹ। ਅਤੇ ਥੋੜ੍ਹਾ ਜਿਹਾ ਦੱਸਿਓ ਕਿ ਜਿਹੜੇ NCLEX ਜਿਹਨੂੰ ਕਹਿੰਦੇ ਆ, NCLEX ਵਾਲੇ ਹੁੰਦੇ ਨੇ, ਇਹ ਐਗਜ਼ਾਮ ਕੀ ਹੁੰਦਾ ਅਤੇ ਪਰਫੈਕਟ ਸਟੈਪਸ ਵਾਲੇ ਇਸ ਐਗਜ਼ਾਮ ਦੇ ਵਿੱਚ ਕਿਵੇਂ ਹੈਲਪ ਕਰ ਸਕਦੇ ਨੇ ਜੀ? ਹਾਂਜੀ, ਸੋ ਹੁਣ ਨਵੀਂ ਪ੍ਰੋਸੈਸ ਦੇ ਅਧੀਨ ਸਿਰਫ ਇਹ ਇੱਕ ਐਗਜ਼ਾਮ ਆ, NCLEX RN। ਇਹ ਐਗਜ਼ਾਮ ਜੇ ਤੁਸੀਂ ਪਾਸ ਕਰਦੇ ਆ, ਤੁਹਾਨੂੰ ਸਾਰੇ ਸਟੈਪਸ ਤੋਂ ਛੋਟ ਮਿਲ ਜਾਣੀ ਆ ਜੀ। ਸੋ ਇਹ ਐਗਜ਼ਾਮ ਨਾਗਰ ਸਾਹਿਬ ਹਰ ਇੱਕ ਪਰਸਨ ਨੂੰ, ਜਿਹੜਾ ਵੀ ਪਰਸਨ ਕੈਨੇਡਾ ਦੇ ਵਿੱਚ, US ਦੇ ਵਿੱਚ RN ਬਣਦਾ ਆ, ਉਹਨੂੰ ਇਹ ਕਰਨਾ ਹੀ ਪੈਂਦਾ। ਡਜ਼ ਨਾਟ ਮੈਟਰ ਉਹਨੇ ਇੰਡੀਆ ਤੋਂ ਸਟੱਡੀ ਕੀਤੀ ਆ, ਡਜ਼ ਨਾਟ ਮੈਟਰ ਉਹਨੇ ਕੈਨੇਡਾ 'ਚ 4 ਸਾਲ ਦੀ ਆਪਣੀ BSN ਪ੍ਰੋਗਰਾਮ ਇੱਥੇ ਸਟੱਡੀ ਕੀਤਾ ਆ, ਦੋਨਾਂ ਨੂੰ NCLEX ਲਿਖਣਾ ਹੀ ਪੈਂਦਾ ਆ, ਰਾਈਟ। ਚਾਹੇ ਕੋਈ ਅਲਬਰਟਾ ਦਾ ਪੜ੍ਹਿਆ ਹੋਵੇ, ਚਾਹੇ ਕੋਈ ਇੰਡੀਆ ਦਾ, US ਦਾ ਪੜ੍ਹਿਆ ਹੋਵੇ, ਇਹ ਐਗਜ਼ਾਮ ਉਹਨਾਂ ਨੂੰ ਲਿਖਣਾ ਪੈਂਦਾ ਆ। ਇਹ ਕੰਪਿਊਟਰ ਦੇ ਟੈਸਟ ਹੁੰਦਾ ਜੀ, ਕੋਈ ਇਹਦੇ 'ਚ ਕਲੀਨਿਕਲ ਸਕਿੱਲਸ ਨਹੀਂ ਚੈੱਕ ਹੁੰਦੇ। ਕੰਪਿਊਟਰ 'ਤੇ ਬੈਠ ਕੇ ਪ੍ਰੀਟੀ ਮੱਚ ਤੁਸੀਂ ਆਪਣੇ ਹਰੇਕ ਵੱਡੇ ਸ਼ਹਿਰ ਦੇ ਵਿੱਚ, ਕੈਲਗਰੀ ਦੇ ਵਿੱਚ, ਐਡਮਿੰਟਨ ਦੇ ਵਿੱਚ ਤੁਸੀਂ ਇਹ ਐਗਜ਼ਾਮ ਲਿਖ ਸਕਦੇ ਆ। ਪਰਫੈਕਟ ਸਟੈਪਸ ਦੇ ਵਿੱਚ ਅਸੀਂ NCLEX ਦੀ ਤਿਆਰੀ ਕਰਾਉਂਦੇ ਆ, ਤੁਹਾਨੂੰ ਇਹਦੀ ਐਲੀਜੀਬਿਲਿਟੀ ਦਿਵਾਉਂਦੇ ਆ। ਤੁਸੀਂ ਆਪਣੇ ਘਰੇ ਬੈਠ ਕੇ, ਜਿੱਥੇ ਵੀ ਪੂਰੇ ਵਰਲਡ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਬੈਠੇ ਆ, ਤੁਸੀਂ ਆਪਣੇ ਘਰੇ ਬੈਠ ਕੇ ਕਲਾਸਿਸ ਲੈ ਸਕਦੇ ਆ। ਤੁਸੀਂ ਸਾਨੂੰ ਦੇਖ ਸਕਦੇ ਆ, ਸੁਣ ਸਕਦੇ ਆ। ਅਸੀਂ ਤੁਹਾਨੂੰ ਸਾਰੇ ਨੋਟਸ, ਜੋ ਤੁਹਾਨੂੰ ਕੁਐਸਚਨਸ ਚਾਹੀਦੇ ਆ, ਤੁਹਾਡੇ ਡਾਊਟ ਆਨਸਰ ਕਰਨੇ, ਐਵਰੀਥਿੰਗ ਅਸੀਂ ਇੱਕ ਛੱਤ ਦੇ ਹੇਠਾਂ ਬੈਠ ਕੇ ਕਰਾਂਗੇ। ਤੇ ਤੁਸੀਂ ਐਗਜ਼ਾਮ ਵੀ ਆਪਣੇ ਲੋਕਲ, ਆਪਣੇ ਸਿਟੀਜ਼ ਦੇ ਵਿੱਚ ਦੇ ਸਕਦੇ ਆ। ਤੁਹਾਨੂੰ ਇੱਧਰ ਉੱਧਰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਵਾਹ। ਅਤੇ ਇਮੀਗ੍ਰੇਸ਼ਨ ਪ੍ਰੋਸੈਸ ਵੀ ਕਰਵਾਉਣੀ ਪਵੇਗੀ ਜੀ ਜਿਹੜੇ ਕੈਂਡੀਡੇਟਸ ਨੇ?
ਹਾਂਜੀ ਜੀ, ਬਹੁਤ ਸੋਹਣਾ ਸਵਾਲ ਪੁੱਛਿਆ ਜੀ ਤੁਸੀਂ। ਸਾਨੂੰ ਬਹੁਤੇ ਫੋਨ ਇੱਦਾਂ ਦੇ ਆਉਂਦੇ ਆ ਕਿ ਸਾਡਾ ਪਰਸਨ ਆ, ਸਾਡਾ ਬੱਚਾ ਆ, ਉਹਨੇ ਇੰਡੀਆ 'ਚ ਨਰਸਿੰਗ ਕੀਤੀ ਆ, ਉਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਹੈਗਾ, ਉਹਨੇ ਕੈਨੇਡਾ ਆਉਣਾ, ਕਿਵੇਂ ਆ ਸਕਦਾ? ਸੋ ਮੈਂ ਇੱਥੇ ਦੱਸਣਾ ਚਾਹੂੰਗਾ ਜੀ, ਇਹ 2 ਡਿਫਰੈਂਟ ਪ੍ਰੋਸੈਸ ਆ। ਕੈਨੇਡਾ ਦੇ ਵਿੱਚ ਲੀਗਲੀ ਐਂਟਰ ਕਰਨਾ ਉਹ ਇੱਕ ਇਮੀਗ੍ਰੇਸ਼ਨ ਪ੍ਰੋਸੈਸ ਆ। ਤੁਸੀਂ ਸਟੂਡੈਂਟ ਬਣ ਕੇ ਆਉਂਦੇ ਆ, ਵਰਕ ਪਰਮਿਟ ਤੇ ਆਉਂਦੇ ਆ, PR ਆਉਂਦੇ ਆ, ਕਿਸੇ ਨਾਲ ਮੈਰਿਜ ਬੇਸ ਤੇ ਆਉਂਦੇ ਆ, ਉਹ ਇੱਕ ਸੈਪਰੇਟ ਪ੍ਰੋਸੈਸ ਆ, ਉਹ ਤੁਹਾਨੂੰ ਹੁਣ ਵੀ ਕਰਨੀ ਪਊਗੀ। ਬਟ RN ਬਣਨਾ, ਕੈਨੇਡਾ 'ਚ ਨਰਸ ਬਣਨਾ ਇੱਕ ਟੋਟਲੀ ਡਿਫਰੈਂਟ ਪ੍ਰੋਸੈਸ ਆ, ਜਿਹਦੇ ਵਿੱਚ ਤੁਹਾਨੂੰ ਐਗਜ਼ਾਮ ਦੇਣਾ ਪੈਂਦਾ ਆ। ਉਹ ਸਾਰਾ ਕੁਝ ਅਸੀਂ ਸਿਰਫ ਨਰਸਿੰਗ ਪ੍ਰੋਸੈਸ ਨੂੰ ਐਟ ਦਿਸ ਟਾਈਮ ਹੈਂਡਲ ਕਰਦੇ ਪਏ ਹਾਂ। ਜੇ ਤੁਹਾਡਾ ਇਮੀਗ੍ਰੇਸ਼ਨ ਦਾ ਮਸਲਾ ਆ, ਆਈ ਵੁੱਡ ਸੇ ਤੁਹਾਡੇ ਆਸ-ਪਾਸ ਜੋ ਵੀ ਤੁਹਾਨੂੰ ਅੱਛਾ ਇਮੀਗ੍ਰੇਸ਼ਨ ਪਰਸਨ ਮਿਲਦਾ ਹੈਗਾ ਆ, ਕੰਸਲਟੈਂਟ ਮਿਲਦਾ ਆ, ਉਹਦੇ ਨਾਲ ਆਪਣਾ ਕੇਸ ਡਿਸਕਸ ਕਰੋ ਤਾਂ ਕਿ ਉਹ ਤੁਹਾਨੂੰ ਰਾਹ ਪਾ ਸਕਣ ਕਿ ਕਿਸ ਤਰ੍ਹਾਂ ਤੁਸੀਂ ਲੀਗਲੀ ਕੈਨੇਡਾ ਦੇ ਵਿੱਚ ਆ ਸਕਦੇ। RN ਬਣਾਉਣਾ ਉਹ ਸਾਡਾ ਕੰਮ ਆ ਜੀ। ਇੱਕ ਸਵਾਲ ਆਇਆ ਜੀ ਕਿ ਜੇ ਕੋਈ RPN ਲਾਇਸੈਂਸਡ ਹੈ ਜੀ ਓਨਟਾਰੀਓ ਤੋਂ, ਅਤੇ ਉਹਨਾਂ ਨੂੰ LPN ਵਿੱਚ ਕਨਵਰਟ ਕਰਨਾ ਹੋਵੇ ਤਾਂ ਉਹਦੇ ਵਾਸਤੇ ਵੀ ਕੋਈ ਪ੍ਰੋਸੀਜਰ ਹੈ ਜੀ? ਹਾਂਜੀ ਹਾਂਜੀ, ਇਹ ਦੋਨੋਂ ਇੱਕ ਚੀਜ਼ਾਂ ਜੀ, ਜਿਹਨੂੰ ਆਪਾਂ ਅਲਬਰਟਾ ਦੇ ਵਿੱਚ LPN ਕਹਿ ਦਿੰਦੇ ਆ, ਲਾਇਸੈਂਸਡ ਪ੍ਰੈਕਟੀਕਲ ਨਰਸ। ਉਹਨੂੰ ਅੰਟਾਰੀਓ ਵਾਲੇ RPN ਕਹਿ ਦਿੰਦੇ ਆ, ਰਜਿਸਟਰਡ ਪ੍ਰੈਕਟੀਕਲ ਨਰਸ। ਐਟ ਦਾ ਐਂਡ ਆਫ ਦਾ ਡੇ ਦੋਨੋਂ ਪ੍ਰੈਕਟੀਕਲ ਨਰਸਿਸ ਹੀ ਆ। ਜੇ ਤੁਹਾਡੇ ਕੋਲੇ ਅੰਟਾਰੀਓ ਦਾ ਐਕਟਿਵ ਲਾਇਸੈਂਸ ਹੈਗਾ ਆ ਤਾਂ ਤੁਸੀਂ ਅਲਬਰਟਾ ਦੇ ਵਿੱਚ ਹਫ਼ਤੇ 10 ਦਿਨ ਦੇ ਵਿੱਚ ਆਪਣਾ ਲਾਇਸੈਂਸ ਟ੍ਰਾਂਸਫਰ ਕਰਵਾ ਸਕਦੇ ਆ ਤੇ ਇੱਥੇ ਰਹਿ ਕੇ ਕੰਮ ਕਰ ਸਕਦੇ ਆ। ਹੁਣ ਤੁਹਾਨੂੰ ਅੰਟਾਰੀਓ ਨਹੀਂ ਜਾਣਾ ਪੈਣਾ, ਕਿਉਂਕਿ ਪਹਿਲਾਂ ਬਹੁਤ ਬੱਚੇ ਅਲਬਰਟਾ 'ਚ ਰਹਿੰਦੇ ਸੀ, ਉਹਨਾਂ ਦੇ ਉਹ ਲਾਇਸੈਂਸ ਅੰਟਾਰੀਓ ਤੋਂ ਲੈਂਦੇ ਸੀ। ਸ਼ਰਤ ਹੁੰਦੀ ਸੀ ਕਿ ਅੰਟਾਰੀਓ ਜਾ ਕੇ 5, 6, 7 ਮਹੀਨੇ ਕੰਮ ਕਰੋ, ਫਿਰ ਤੁਹਾਡਾ ਲਾਇਸੈਂਸ ਅਲਬਰਟਾ 'ਚ ਆਉਂਦਾ ਸੀ। ਹੁਣ 95% ਕੇਸ ਦੇ ਵਿੱਚ ਤੁਹਾਨੂੰ ਅੰਟਾਰੀਓ ਨਹੀਂ ਜਾਣਾ ਪੈਣਾ, ਤੁਸੀਂ ਅਲਬਰਟਾ 'ਚ ਰਹਿ ਕੇ ਆਪਣੀਆਂ RN ਦੀਆਂ, LPN ਦੀਆਂ ਸੇਵਾਵਾਂ ਨਿਭਾ ਸਕਦੇ। ਰਾਈਟ ਜੀ। ਇੱਕ ਹੋਰ ਕੁਐਸਚਨ ਆ ਜੀ ਕਿ ਜੇ ਕਿਸੇ ਨੇ RN ਕਲੀਅਰ, ਜੇ ਕਿਸੇ ਦਾ RN ਕਲੀਅਰ ਹੋਵੇ ਅਲਬਰਟਾ ਵਿੱਚ, ਉਸ ਨੂੰ ਵੀ NCLEX ਕਰਨਾ ਪਏਗਾ? ਜੇ ਮਾਸਟਰਸ ਕੀਤੀ ਹੋਵੇ ਤਾਂ ਕੈਨੇਡੀਅਨ ਯੂਨੀਵਰਸਿਟੀ ਤੋਂ ਫਿਰ ਵੀ ਇਹ ਕਰਨਾ ਪੈਂਦਾ? ਦੇਖੋ ਜੀ, ਜੇ ਤੁਸੀਂ, ਇਹ ਮੈਨੂੰ ਲੱਗਦਾ ਕੁਐਸਚਨ ਕਿਸੇ ਅਲਬਰਟਾ ਗ੍ਰੈਜੂਏਟ ਦਾ ਆ, ਜਿਹੜਾ ਪਰਸਨ ਨੇ ਇੰਡੀਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਨਰਸਿੰਗ ਨਹੀਂ ਕੀਤੀ। ਜੇਕਰ ਉਹਨਾਂ ਨੇ ਅਲਬਰਟਾ ਦੇ ਵਿੱਚ ਆਪਣਾ 2 ਸਾਲ ਦਾ LPN ਪ੍ਰੋਗਰਾਮ ਕੀਤਾ ਆ ਜਾਂ 4 ਸਾਲ ਦੀ ਇੱਥੇ ਨਰਸਿੰਗ ਕੀਤੀ ਆ, ਤਾਂ ਉਹਨਾਂ ਨੂੰ ਵੀ NCLEX ਲਿਖਣਾ ਪਊਗਾ। NCLEX ਇੱਕ ਇੱਦਾਂ ਦਾ ਟੈਸਟ ਆ ਜੀ ਜਿਹੜਾ ਦੱਸਦਾ ਆ ਕਿ ਤੁਸੀਂ ਸੇਫ, ਕੰਪੀਟੈਂਟ ਕੇਅਰ ਦੇ ਸਕਦੇ ਹੋ ਪੇਸ਼ੈਂਟਸ ਨੂੰ। ਸੋ ਇਹ ਪਾਸ ਕਰਨਾ ਲਾਜ਼ਮੀ ਆ, ਕੈਨੇਡਾ ਦੇ ਵਿੱਚ ਵੀ ਤੇ US ਦੇ ਵਿੱਚ ਵੀ ਜੀ। ਇੱਕ ਹੋਰ ਕੁਐਸਚਨ ਹੈ ਜੀ ਕਿ ਇਹਦੇ ਵਾਸਤੇ ਕੋਈ ਇੰਡੀਅਨ ਸਟੱਡੀ ਇਵੈਲੂਏਸ਼ਨ ਦੀ ਲੋੜ ਨਹੀਂ ਪੈਂਦੀ? ਹਾਊ ਮੈਨੀ ਮੈਕਸੀਮਮ ਅਟੈਂਪਟਸ ਸਾਨੂੰ ਮਿਲਦੀਆਂ ਨੇ ਟੂ ਪਾਸ ਦੀ NCLEX ਐਗਜ਼ਾਮ? ਹੁਣ ਇਹਦੇ ਵਿੱਚ ਜੀ 2-3 ਚੀਜ਼ਾਂ ਆ। ਨੰਬਰ 1, NCLEX ਪੂਰੇ ਵਰਲਡ ਦੇ ਵਿੱਚ 3 ਕੰਟਰੀਜ਼ ਇਹਦੀ ਪਰਮਿਸ਼ਨ ਦੇ ਸਕਦਾ ਆ। ਕੈਨੇਡਾ NCLEX ਦੀ ਪਰਮਿਸ਼ਨ ਦਿੰਦਾ ਆ, ਕੈਨੇਡਾ ਦਾ ਕੋਈ ਵੀ ਨਰਸਿੰਗ ਬੋਰਡ ਦੇ ਸਕਦਾ ਆ, US ਦਾ ਕੋਈ ਵੀ ਸਟੇਟ ਤੁਹਾਨੂੰ NCLEX ਦੀ ਪਰਮਿਸ਼ਨ ਦੇ ਸਕਦਾ ਆ, ਤੇ ਆਸਟ੍ਰੇਲੀਆ ਦਾ ਨਰਸਿੰਗ ਬੋਰਡ ਵੀ ਤੁਹਾਨੂੰ NCLEX ਦੀ ਪਰਮਿਸ਼ਨ ਦੇ ਸਕਦਾ ਆ। ਤੁਸੀਂ ਕਿਸੇ ਤੋਂ ਵੀ NCLEX ਦੀ ਪਰਮਿਸ਼ਨ ਲੈਣੀ ਹੋਵੇ, ਫਸਟ ਸਟੈਪ ਤੇ ਹਾਂ, ਕਿਉਂਕਿ ਆਪਾਂ ਕਹਿ ਰਹੇ ਹਾਂ ਕਿ ਮੈਂ ਆਪਣੇ ਹੋਮ ਕੰਟਰੀ 'ਚ ਨਰਸਿੰਗ ਕੀਤੀ ਆ, ਜਿਹੜੇ ਬੋਰਡ ਨੂੰ ਤੁਸੀਂ ਕਹਿ ਰਹੇ ਆ ਕਿ ਮੈਂ NCLEX ਲਿਖਣਾ ਆ, ਉਹ ਬੋਰਡ ਦੇਖਣਾ ਚਾਹੂਗਾ ਵੀ ਸਾਨੂੰ ਦਿਖਾਓ ਤੁਸੀਂ ਨਰਸਿੰਗ ਪ੍ਰੋਗਰਾਮ ਕੀਤਾ ਆ। ਬਟ ਪ੍ਰੀਟੀ ਮੱਚ ਸਾਰਿਆਂ ਦੇ ਡਾਕੂਮੈਂਟਸ ਇੰਡੀਆ ਤੋਂ ਮੰਗਵਾਉਣੇ ਹੁਣ ਈਜ਼ੀ ਆ, ਕਿਉਂਕਿ ਤੁਸੀਂ ਆਪਣੇ ਕਾਲਜ ਤੋਂ ਮੰਗਵਾਉਣੇ ਹੋਣਗੇ ਡਾਕੂਮੈਂਟਸ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੇ ਨਰਸਿੰਗ ਰੈਗੂਲੇਟਰੀ ਬੋਰਡ ਤੋਂ ਮੰਗਵਾਉਣੇ ਆ, ਜਿੱਥੇ ਤੁਹਾਨੂੰ ਜਾਣਾ ਨਹੀਂ ਪੈਂਦਾ, ਉਹ ਕੰਮ ਉਹਨਾਂ ਦਾ ਆਨਲਾਈਨ ਹੋ ਜਾਂਦਾ। ਰਾਈਟ, ਸੋ ਕਿਤੋਂ ਵੀ ਤੁਸੀਂ ਪਰਮਿਸ਼ਨ ਲਓ। ਜੇਕਰ ਉੱਥੋਂ ਤੁਸੀਂ ਉਹਨਾਂ ਨੂੰ ਡਾਕੂਮੈਂਟ ਦਿਖਾਤੇ, ਹੁਣ ਵਾਪਸ ਆ ਕੇ ਅਲਬਰਟਾ ਵਾਲਿਆਂ ਨੂੰ, ਕੈਨੇਡਾ ਵਾਲਿਆਂ ਨੂੰ ਦੁਬਾਰਾ ਡਾਕੂਮੈਂਟ ਨਹੀਂ ਦਿਖਾਉਣੇ ਪੈਣੇ ਜੇ ਤੁਸੀਂ USA ਜਾਂ ਆਸਟ੍ਰੇਲੀਆ ਨੂੰ ਦਿਖਾ ਦਿੱਤੇ ਆ। ਹਾਂ, ਜੇ ਤੁਸੀਂ ਉਹਨਾਂ ਨਾਲ ਨਹੀਂ ਅਪਲਾਈ ਕਰਦੇ, ਤੁਸੀਂ ਸਿੱਧਾ ਅਲਬਰਟਾ ਬੋਰਡ ਨਾਲ ਕਰਦੇ ਆ, ਤਾਂ ਫਸਟ ਸਟੈਪ ਤੇ ਅਲਬਰਟਾ ਬੋਰਡ ਵਾਲੇ ਤੁਹਾਨੂੰ ਬਸ ਇਹੀ ਦੇਖਦੇ ਆ ਕਿ ਸਾਨੂੰ ਆਪਣੀ ਐਕਟਿਵ ਰਜਿਸਟ੍ਰੇਸ਼ਨ ਦਿਖਾ ਦਿਓ, ਸਾਨੂੰ ਸਟੱਡੀ ਨਾਲ ਕੋਈ ਮਤਲਬ ਨਹੀਂ, ਦਿਖਾਓ ਤੁਸੀਂ ਆਪਣੇ ਹੋਮ ਕੰਟਰੀ 'ਚ ਨਰਸੀ, ਦੈਟਸ ਇਟ। ਓਕੇ, ਤੇ ਹੁਣ ਸਾਨੂੰ ਦੱਸੋ ਵੀ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਲਈ? ਹਾਂਜੀ, ਸੋ ਅਖੀਰ ਦੇ ਵਿੱਚ ਮੈਂ 2-4 ਮਿੰਟ ਥੋੜ੍ਹੇ ਜਿਹੇ ਜ਼ਿਆਦਾ ਲਊਂਗਾ ਜੀ, ਕਿਉਂਕਿ ਸਾਨੂੰ ਬਹੁਤ ਫੋਨ ਜਿਹੜੇ ਆਉਂਦੇ ਆ ਉਹ ਇਹ ਆਉਂਦੇ ਆ ਵੀ ਲੈਕ ਆਫ ਮੋਟੀਵੇਸ਼ਨ, ਮੈਨੂੰ ਕਿਸੇ ਨੇ ਦੱਸਿਆ ਨਹੀਂ, ਮੈਨੂੰ ਪਤਾ ਨਹੀਂ ਸੀ, ਮੈਨੂੰ ਬਹੁਤ ਜ਼ਿਆਦਾ ਸਾਲ ਹੋ ਗਏ ਆ। ਸੋ ਮੈਂ ਇੱਥੇ ਪਹਿਲੀ ਗੱਲ ਇਹ ਦੱਸਣਾ ਚਾਹੂੰਗਾ ਜੀ, ਜਦੋਂ ਅਸੀਂ ਪਰਫੈਕਟ ਸਟੈਪਸ ਲਰਨਿੰਗ ਨੂੰ ਸਿਰਜਿਆ ਸੀਗਾ, ਇਹਦੀ ਸਾਡੀ ਵਿਜ਼ਨ ਇਹ ਸੀਗੀ ਨੰਬਰ 1 ਤੇ ਕਿ ਜਿਹੜੇ ਸਾਡੇ ਪੰਜਾਬੀ ਜਾਂ ਇੰਡੀਅਨ ਨਰਸਿਸ ਆ, ਉਹਨਾਂ ਨੂੰ ਇੰਪਾਵਰ ਕਰਨਾ, ਉਹਨਾਂ ਨੂੰ ਕੈਨੇਡੀਅਨ ਹੈਲਥ ਕੇਅਰ ਸਿਸਟਮ ਦਾ ਹਿੱਸਾ ਬਣਾਉਣਾ। ਹੁਣ ਜੇ ਦੇਖਿਆ ਜਾਵੇ ਨਾਗਰ ਸਾਹਿਬ, ਆਪਣੀ ਪੰਜਾਬੀ ਪਾਪੂਲੇਸ਼ਨ, ਇੰਡੀਅਨ ਪਾਪੂਲੇਸ਼ਨ ਬਹੁਤ ਵੱਧ ਰਹੀ ਆ,
ਰਾਈਟ। ਹੁਣ ਜੇ ਵੱਧ ਰਹੀ ਹੈ ਤਾਂ ਕੱਲ ਨੂੰ ਸਾਡੇ ਬਜ਼ੁਰਗ, ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੇ ਹਸਪੀਟਲ ਜਾਣਾ ਆ, ਆਪਣੀਆਂ ਦੁੱਖ ਤਕਲੀਫਾਂ ਦੱਸਣੀਆਂ ਆ। ਕਿਉਂ ਨਾ, ਜੇ ਸਾਡੇ ਹੀ ਉੱਥੇ ਬੱਚੇ, ਸਾਡੀ ਉੱਥੇ ਨਰਸਿਸ ਉਹਨਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਦੀ ਭਾਸ਼ਾ 'ਚ ਸਮਝ ਸਕਣ, ਉਹ ਆਪਣੇ ਆਪ ਨੂੰ ਖੁੱਲ੍ਹ ਕੇ ਐਕਸਪ੍ਰੈਸ ਕਰ ਸਕਣ ਸਾਡੀਆਂ ਨਰਸਿਸ ਕੋਲੇ। ਸੋ ਇਸ ਕਰਕੇ ਸਾਡਾ ਪਹਿਲਾ ਸਟੈਪ ਇਹੀ ਆ ਜੀ ਕਿ ਜਿੰਨੇ ਵੀ ਅਸੀਂ ਵੱਧ ਤੋਂ ਵੱਧ ਇੰਡੀਅਨ ਪੰਜਾਬੀ ਨਰਸਿਸ ਨੂੰ ਹੈਲਥ ਕੇਅਰ ਸਿਸਟਮ 'ਚ ਪਾ ਸਕਦੇ ਹਾਂ, ਅਸੀਂ ਪਾਉਂਦੇ ਹਾਂ ਤੇ ਅਸੀਂ ਅੱਗੇ ਵੀ ਪਾਉਂਦੇ ਰਵਾਂਗੇ। ਨੰਬਰ 2, ਜੇ ਆਪਾਂ ਨਰਸਿਸ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ, ਆਪਣੇ ਇੰਟਰਨੈਸ਼ਨਲ ਐਜੂਕੇਟਡ ਨਰਸਿਸ ਤੋਂ, ਸਾਰਿਆਂ ਨੇ ਆਪਣੀ ਹੋਮ ਕੰਟਰੀ 3, 4, 5 ਸਾਲ ਦੀ ਨਰਸਿੰਗ ਦੀ ਸਟੱਡੀ ਕੀਤੀ ਆ। ਉਹਨਾਂ ਨੇ ਹਾਰਡ ਵਰਕ ਕੀਤਾ ਆ, ਪੜ੍ਹਾਈ ਕੀਤੀ ਆ, ਜਿਹੜੀ ਕਿ ਅੱਜ ਕੰਮ ਨਹੀਂ ਆ ਰਹੀ, ਕਿਉਂਕਿ ਅਸੀਂ ਅੱਜ ਕੋਈ ਹੋਰ ਕੰਮ ਕਰਦੇ ਪਏ ਹਾਂ ਨੌਨ ਨਰਸਿੰਗ ਵਾਲਾ। ਸਾਡੇ ਪੇਰੈਂਟਸ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਲੱਖਾਂ ਰੁਪਏ ਦਿੱਤੇ ਇਹਨਾਂ ਦੀ ਫੀਸ ਵਾਸਤੇ, ਉਹਨਾਂ ਨੂੰ ਸਕੂਲ ਭੇਜਿਆ, ਰਾਈਟ ਜੀ, 25 ਜੋੜ ਕੇ ਪੈਸਾ ਇਕੱਠਾ ਕੀਤਾ। ਅੱਜ ਉਹ ਟਾਈਮ ਆ ਗਿਆ ਤੁਹਾਡਾ ਹਾਰਡ ਵਰਕ ਤੇ ਤੁਹਾਡੇ ਪੇਰੈਂਟਸ ਦਾ, ਜਿਨ੍ਹਾਂ ਨੇ ਤੁਹਾਡੇ ਤੇ ਇੰਨਾ ਸਮਾਂ ਦਿੱਤਾ, ਤੁਹਾਨੂੰ ਨਰਸਿੰਗ 'ਚ ਪਾਇਆ। ਅੱਜ ਟਾਈਮ ਆ ਗਿਆ ਕਿ ਉਹ ਸਾਰੀਆਂ ਚੀਜ਼ਾਂ ਦਾ ਮੁੱਲ ਮੁੜੇ। ਜਿਵੇਂ ਇੱਕ ਗਾਣੇ 'ਚ ਨਹੀਂ ਹੁੰਦਾ ਜੀ, ਕਿ ਘੜੀ ਤੇਰੀ ਹੋਊਗੀ, ਟਾਈਮ ਮੇਰਾ ਹੋਊਗਾ, ਹੁਣ ਮੇਰਾ ਟਾਈਮ ਆਉਣ ਵਾਲਾ ਹੈ। ਸੋ ਹੁਣ ਤੁਸੀਂ ਇਹ ਨਹੀਂ ਸ਼ਿਕਾਇਤ ਕਰ ਸਕਦੇ ਕਿ ਸਾਨੂੰ ਕਿਸੇ ਨੇ ਦੱਸਿਆ ਨਹੀਂ, ਮੈਨੂੰ ਪਤਾ ਨਹੀਂ ਸੀਗਾ, ਮੈਂ 10-15 ਸਾਲ ਪੁਰਾਣੀ ਆਈ ਸੀਗੀ। ਹੁਣ ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ। ਵੀ ਆਰ ਜਸਟ ਅ ਕਾਲ ਅਵੇ। ਤੁਸੀਂ ਸਾਨੂੰ ਕਾਲ ਕਰੋ, ਅਸੀਂ ਪੰਜਾਬੀ, ਹਿੰਦੀ, ਇੰਗਲਿਸ਼, ਉਰਦੂ ਸਾਰਿਆਂ ਦੇ ਵਿੱਚ ਅਸੀਂ ਸੇਵਾ ਨਿਭਾਉਂਦੇ ਹਾਂ ਜੀ। ਅਸੀਂ ਤੁਹਾਨੂੰ, ਤੁਹਾਡੀ ਫੈਮਿਲੀ ਨੂੰ ਕਾਉਂਸਲ ਕਰਾਂਗੇ, ਗਾਈਡ ਕਰਾਂਗੇ, ਸਾਰੇ ਸਟੈਪਸ ਤੇ ਪਹਿਲਾਂ ਗੋ ਥਰੂ ਕਰਾਂਗੇ। ਫਿਰ ਤੁਸੀਂ ਆਪਣਾ ਡਿਸੀਜ਼ਨ ਲਓ ਕਿ ਮੈਂ RN ਬਣਨਾ ਆ ਜਾਂ ਮੈਂ ਜਿੱਥੇ ਮੈਂ ਹੈਗਾ ਆ ਮੈਂ ਇੱਥੇ ਖੁਸ਼ ਜੀ, ਮੈਂ ਇੱਥੇ ਸਾਰਾ ਕੁਝ ਠੀਕ ਚੱਲਦਾ ਪਿਆ। ਹਾਂਜੀ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਕੰਟੈਕਟ ਇਨਫੋਰਮੇਸ਼ਨ ਇੱਕ ਵਾਰੀ ਦੇ ਦਿਓ। ਹਾਂਜੀ, ਸੋ ਜੇ ਸਾਨੂੰ ਕੰਟੈਕਟ ਕਰਨਾ ਜੀ, ਸਾਡਾ ਆਫਿਸ ਸਰੀ ਦੇ ਵਿੱਚ ਆ, ਬਟ ਅਸੀਂ ਜਿਵੇਂ ਮੈਂ ਦੱਸਿਆ ਕਿ ਤੁਸੀਂ ਕਿਤੇ ਵੀ ਬੈਠੇ ਹੋ, ਤੁਸੀਂ ਐਡਮਿੰਟਨ ਬੈਠੇ ਹੋ, ਕੈਲਗਰੀ ਬੈਠੇ ਹੋ, ਅਲਬਰਟਾ ਦੇ ਕਿਸੇ ਹਿੱਸੇ 'ਚ, ontario 'ਚ ਕਿਤੇ ਵੀ ਬੈਠੇ ਹੋ, ਤੁਹਾਡੇ ਘਰ ਦੇ ਵਿੱਚ ਅਸੀਂ ਸੇਵਾਵਾਂ ਤੁਹਾਨੂੰ ਪ੍ਰਦਾਨ ਕਰਾਂਗੇ। ਤੁਸੀਂ ਆਪਣੇ ਕੰਫਰਟ ਤੋਂ ਬੈਠ ਕੇ ਕਲਾਸਿਸ ਲੈ ਸਕਦੇ ਹੋ। ਸੋ ਸਾਡਾ ਨੰਬਰ ਹੈ 6046132633, 604-613-2633। ਜੇ ਤੁਹਾਡਾ ਕੋਈ ਫੈਮਿਲੀ ਮੈਂਬਰ ਨੀਅਰ ਬਾਏ ਫਿਊਚਰ ਦੇ ਵਿੱਚ ਕੈਨੇਡਾ ਆ ਰਿਹਾ ਆ ਜਾਂ ਆਲਰੇਡੀ ਕੈਨੇਡਾ ਪਹੁੰਚ ਗਿਆ ਆ, ਤਾਂ ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਆ। ਉਹਨਾਂ ਨੂੰ ਵੀ ਕਿਤੇ ਹੋਰ ਨੌਨ ਨਰਸਿੰਗ ਜੌਬ ਕਰਨ ਦੀ ਲੋੜ ਨਹੀਂ। ਇੱਕ ਐਗਜ਼ਾਮ ਪਾਸ ਕਰਕੇ $40 ਘੰਟੇ ਵਾਲੀ ਉਹ ਜੌਬ ਲੈ ਸਕਦੇ ਆ। ਆਪਣਾ ਸੋਸ਼ਲ ਸਟੇਟਸ, ਆਪਣਾ ਇਕਨੋਮਿਕਲ ਸਟੇਟਸ ਇੰਪਰੂਵ ਕਰ ਸਕਦੇ ਆ। ਆਪਣੇ ਫੈਮਿਲੀ ਮੈਂਬਰਸ ਨੂੰ ਜਿਹੜਾ ਹੈਗਾ ਆ ਹੈਲਥ ਦੇ ਵਿੱਚ ਉਹਨਾਂ ਦੀ ਇੰਪਰੂਵਮੈਂਟ ਲਿਆ ਸਕਦੇ ਆ, ਕਿਉਂਕਿ ਤੁਹਾਡੇ ਘਰ ਦਾ RN ਆ। ਸੋ ਇਹ ਹੁਣ ਉਹ ਟਾਈਮ ਆ ਜੀ ਜਿਹਨੂੰ ਨਾਲੇ ਤਾਂ ਤੁਸੀਂ ਡਾਲਰ ਕਮਾਓ, ਨਾਲੇ ਮਾਨਵਤਾ ਦੀ ਸੇਵਾ ਕਰੋ, ਨਾਲੇ ਪੁੰਨ, ਨਾਲੇ ਫਲੀਆਂ। ਬਿਲਕੁਲ ਠੀਕ ਹੈ। ਮੈਂ ਲਾਸਟ ਤੇ ਇਹੀ ਕਹਿਣਾ ਚਾਹੂੰਗਾ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਆ, ਕਿ ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੀ ਜਾਣਕਾਰੀ ਦੇ ਵਿੱਚ ਤੁਹਾਡੀ ਬੇਟੀ ਨੇ, ਤੁਹਾਡੇ ਨੂੰਹ ਨੇ, ਸਿਸਟਰ ਨੇ, ਕਿਸੇ ਨੇ ਵੀ ਨਰਸਿੰਗ ਕੀਤੀ ਆ, ਰਾਈਟ, ਉਹ ਜੇ ਨਹੀਂ ਸੁਣ ਰਹੇ ਤਾਂ ਤੁਸੀਂ ਉਹਨਾਂ ਨੂੰ ਦੱਸੋ, ਉਹ ਸਾਨੂੰ ਕਾਲ ਕਰ ਸਕਦੇ ਆ। ਸਾਡੇ ਸਰੋਤੇ ਅੱਜ ਇੱਕ ਪਰਫੈਕਟ ਸਟੈਪ ਲੈ ਸਕਦੇ ਆ ਬਾਈ ਕਾਲਿੰਗ ਪਰਫੈਕਟ ਸਟੈਪਸ ਲਰਨਿੰਗ। ਰਾਈਟ ਜੀ, ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ। ਥੈਂਕ ਯੂ ਸੋ ਮਚ ਸਰ, ਗੋਡ ਬਲੈਸ।